मैं डॉक्टर तेजपाल सिंह संधू, मैनेजिंग डायरेक्टर संधू हॉस्पिटल मेहता रोड अमृतसर. I am practicing for the last 38 years in medicine. So I will like to say something about the COVID-19, which is also called SARS virus 19. कोरोना वायरसेस कोई नवी चीज़ नहीं है. ਇਹ ਕਿਉਂਕਿ ਇਸ ਟਾਈਮ ਜਿਹੜੀ ਪੈਂਡੈਮਿਕ ਆ ਉਹਦੇ ਕਰਕੇ ਕੋਵਿਡ ਸਾਰਾ ਆਪਾਂ ਕਰੀ ਜਾਂਦੇ. ਕੋਵਿਡ ਦੇ ਆਰ ਸੋ ਮੈਨੀ ਵਾਇਰਸਿਸ ਇਨ ਦਾ ਕੋਵਿਡ, ਬਟ ਇਹ ਜਿਹੜਾ COVID-19 ਆਇਆ ਜਾਂ ਜਿਹੜਾ ਇੱਕ ਵਾਰੀ ਆਇਆ ਸੀ 1917 ਚ ਸਾਰਸ ਦਾ ਮਤਲਬ ਹੈ ਸਡਨ ਅਕਿਊਟ ਰੈਸਪੀਰੇਟਰੀ ਸਿੰਡਰੋਮ. ਮਤਲਬ ਰੈਸਪੀਰੇਟਰੀ ਸਿਸਟਮ ਨੂੰ ਇਨਵੋਲਵ ਕਰਦਾ ਅਕਿਊਟਲੀ. ਅਤੇ ਉਹਦੇ ਵਿੱਚ ਜਿਹੜੇ ਇਹ COVID-19 ਜਿਹੜਾ ਚਾਈਨਾ ਤੋਂ ਆਇਆ ਇਨ ਐਂਡ ਆਫ ਦਾ 2019 ਈਅਰਸ, ਉਹ ਬਾਕੀ ਏਸ਼ੀਆ ਦੇ ਵਿੱਚ ਬਾਕੀ ਵਰਲਡ ਦੇ ਵਿੱਚ ਉਹ ਆਇਆ 2020 'ਚ. ਜਨਵਰੀ ਫਰਵਰੀ ਤੋਂ ਸਟਾਰਟ ਹੋਇਆ. ਇੰਡੀਆ 'ਚ ਮਾਰਚ 'ਚ ਲੋਕਡਾਊਨ ਲੱਗਾ, ਉਸ ਤੋਂ ਬਾਅਦ ਇੱਥੇ ਕੇਸਿਸ ਵਧਣੇ ਸ਼ੁਰੂ ਹੋ ਗਏ. ਸੋ ਕੋਵਿਡ ਜਿਹੜਾ ਆ ਪੈਂਡੈਮਿਕ ਉਹ ਰਿਲੇਟਡ ਹੈ. ਇਹਨੂੰ COVID-19 ਤਾਂ ਕਰਕੇ ਆਖਦੇ ਕਿਉਂਕਿ ਇਟ ਸਟਾਰਟਡ ਇਨ 2019. ਸੋ ਹੁਣ ਜਿਹੜਾ ਪੈਂਡੈਮਿਕ 'ਚੋਂ ਅਸੀਂ ਲੰਘ ਚੁੱਕੇ ਐਕਚੁਅਲੀ ਇੰਡੀਆ ਦੇ ਵਿੱਚ, ਤੇ ਤਕਰੀਬਨ ਪਿਛਲੇ 2-3 ਮਹੀਨੇ ਤੋਂ ਬਹੁਤ ਰਿਲੀਫ ਮਿਲ ਗਿਆ. ਪਰ ਹੁਣ ਜਿਹੜੀ ਇਹਦੀ ਨਵੀਂ ਸਟ੍ਰੇਨ UK ਤੋਂ ਸਟਾਰਟ ਹੋਈ ਹੈ, ਬ੍ਰਾਜ਼ੀਲ ਤੋਂ ਸਟਾਰਟ ਹੋਈ ਹੈ, ਯੂਰਪੀਅਨ ਕੰਟਰੀਜ਼ ਦੇ ਵਿੱਚ ਇਸ ਵੇਲੇ ਬਹੁਤ ਪੀਕ 'ਤੇ ਆ. ਤਕਰੀਬਨ UK, ਜਰਮਨੀ, ਫਰਾਂਸ, ਬ੍ਰਾਜ਼ੀਲ, ਤਕਰੀਬਨ ਸਾਰੇ ਕੰਟਰੀਜ਼ ਦੇ ਵਿੱਚ, ਇਟਲੀ ਦੇ ਵਿੱਚ ਇਸ ਵੇਲੇ ਲੋਕਡਾਊਨ ਲੱਗਾ. ਕਰਫਿਊ ਵੀ ਬਹੁਤ ਸਾਰੇ ਕੰਟਰੀਜ਼ ਲੱਗਾ. ਔਰ ਅਮਰੀਕਾ ਦੇ ਵਿੱਚ ਤਾਂ ਖਾਸ ਕਰਕੇ ਅੱਜ ਕੱਲ੍ਹ ਵੀ ਲੱਖਾਂ ਦੇ ਵਿੱਚ ਡੇਲੀ ਕੇਸਿਸ ਆ ਰਹੇ ਆ. ਮੋਰਟੈਲਿਟੀ ਡੈਥ ਰੇਟ ਵੀ ਬਹੁਤ ਜ਼ਿਆਦਾ. ਸੋ ਸਾਨੂੰ ਵੀ ਇਹਦੇ ਬਾਰੇ ਕੁਝ ਪ੍ਰੀਕਾਸ਼ਨਸ ਲੈਣ ਦੀ ਲੋੜ ਆ, ਕਿਉਂਕਿ ਸਾਡਾ ਵੀ ਕੋਈ ਬਹੁਤਾ ਦੂਰ ਨਹੀਂ ਟਾਈਮ. ਮੇਰੇ ਹਿਸਾਬ ਨਾਲ ਮਾਰਚ ਮਿਡ ਤੋਂ ਬਾਅਦ ਇੱਥੇ ਵੀ ਪਿਛਲੇ ਸਾਲ ਵਾਂਗੂ ਸਾਨੂੰ ਲੋਕਡਾਊਨ ਲਾਉਣੇ ਪੈਣਗੇ. ਹੁਣ ਸਵਾਲ ਇਹ ਆ ਕਿ ਆਪਾਂ ਇਹਦੇ ਨਾਲ ਹੀ ਚੱਲਣਾ ਆ, ਕਿਉਂਕਿ ਕੋਵਿਡ ਜਿਹੜਾ ਜਾਣਾ ਨਹੀਂ ਆ, ਇਹ ਰਹੇਗਾ ਹਮੇਸ਼ਾ ਇਸ ਤਰ੍ਹਾਂ ਹੀ. ਪਰ ਸਾਨੂੰ ਇਹਦੇ ਨਾਲ ਰਹਿ ਕੇ ਜਿਉਣਾ ਸਿੱਖਣਾ ਬਹੁਤ ਜ਼ਰੂਰੀ ਹੈ, ਤਾਂ ਕਿ ਫਿਊਚਰ ਦੇ ਵਿੱਚ ਆਪਾਂ ਆਪਣਾ ਥੋੜ੍ਹਾ ਰਹਿਣ ਸਹਿਣ ਦਾ ਸਟਾਈਲ ਬਦਲੀਏ, ਤਾਂ ਕਿ ਇਹਦੇ ਵਿੱਚ ਰਹਿ ਕੇ ਵੀ ਆਪਾਂ ਆਪਣੀ ਜ਼ਿੰਦਗੀ ਨੂੰ ਬਸਰ ਕਰ ਸਕੀਏ. ਸੋ ਇਹਦੇ ਵਿੱਚ ਸਭ ਤੋਂ ਮੇਨ ਚੀਜ਼ ਹੈ ਇਹਦੇ ਬਚਾਅ ਵਾਸਤੇ ਸੋਸ਼ਲ ਡਿਸਟੈਂਸਿੰਗ. ਕਮ ਸੇ ਕਮ 6 ਫੁੱਟ ਦਾ ਇੱਕ ਦੂਸਰੇ ਤੋਂ ਆਪਾਂ ਹਟ ਕੇ ਬੈਠੀਏ. ਦੂਸਰਾ, ਮਾਸਕ ਬਹੁਤ ਜ਼ਰੂਰੀ ਆ. ਮਾਸਕ ਮੈਂ ਤੁਹਾਨੂੰ ਨੌਲੇਜ 'ਚ ਵਾਧਾ ਕਰਦਾ ਕਿ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਜਿਹੜੇ ਡਿਵੈਲਪ ਕੰਟਰੀਜ਼ ਨੇ, ਸਪੈਸ਼ਲੀ ਜਪਾਨ ਹੈ, ਮੈਨੂੰ ਇੱਕ ਵਾਰੀ ਜਪਾਨ ਜਾਣ ਦਾ ਮੌਕਾ ਮਿਲਿਆ. ਅੱਜ ਤੋਂ 25 ਸਾਲ ਪੁਰਾਣੀ ਗੱਲ ਕਰ ਰਿਹਾ. ਉਸ ਟਾਈਮ ਤੋਂ ਲੋਕ ਉੱਥੇ ਦੇ ਮਾਸਕ ਪਹਿਨ ਰਹੇ ਸੀ, ਅਤੇ ਮੈਂ ਬੜਾ ਹੈਰਾਨ ਸੀ ਵੀ ਇੱਥੇ ਕੋਈ ਪੈਂਡੈਮਿਕ ਹੈ ਜਾਂ ਕੀ ਹੈ. ਮੈਂ ਪੁੱਛਣ ਦੀ ਕੋਸ਼ਿਸ਼ ਵੀ ਕੀਤੀ, ਪਰ ਮੈਨੂੰ ਕੋਈ ਸੈਟਿਸਫੈਕਟਰੀ ਜਵਾਬ ਨਹੀਂ ਮਿਲਿਆ. ਪਰ ਹੁਣ ਜਦੋਂ ਇਹ ਸਾਰਾ ਕੁਝ ਵਾਪਰਿਆ ਪਿਛਲੇ 2020 ਦੇ ਜਿਹੜਾ ਹੁਣ ਚੱਲ ਰਿਹਾ, ਉਹਦੇ ਤੋਂ ਪਤਾ ਲੱਗਦਾ ਕਿ ਉਹ ਕੰਟਰੀਜ਼ ਜਿਹੜੇ ਆ ਉਹਨਾਂ ਨੇ ਆਪਣਾ ਰਹਿਣ ਸਹਿਣ ਦਾ ਸਟਾਈਲ ਮਾਸਕ ਦੇ ਨਾਲ ਸ਼ੁਰੂ ਕੀਤਾ, ਤਾਂ ਕਿ ਉਹਨਾਂ ਨੂੰ ਜਿੰਨੀਆਂ ਵੀ ਰੈਸਪੀਰੇਟਰੀ ਡਿਜ਼ੀਜ਼ਜ਼ ਹੈ, ਵਾਇਰਲ ਡਿਜ਼ੀਜ਼ਜ਼ ਨੇ ਜਾਂ ਬੈਕਟੀਰੀਅਲ ਡਿਜ਼ੀਜ਼ ਆ, ਉਹ ਤੋਂ ਬਚਦੇ ਆ. ਔਰ ਉੱਥੇ ਜ਼ੁਕਾਮ ਵਰਗੀ ਜਿਹੜੀ ਤਕਲੀਫ ਹੈ, ਤੇ ਵੀ ਇੱਕ ਜ਼ੁਕਾਮ ਹੀ ਆ COVID-19 ਵੀ, ਪਰ ਉਹਦੇ ਨਾਲ ਬਹੁਤ ਜ਼ਿਆਦਾ ਚਾਂਸਸ ਘੱਟ ਜਾਂਦੇ ਆ, ਕਿਉਂਕਿ ਵਾਇਰਸ ਤੁਹਾਡੇ ਰੈਸਪੀਰੇਟਰੀ ਸਿਸਟਮ 'ਚ ਅੰਦਰ ਐਂਟਰ ਨਹੀਂ ਕਰੇਗਾ, ਅਤੇ ਤੁਹਾਨੂੰ ਕੋਈ ਅਲਾਮਤਾਂ ਤਕਲੀਫਾਂ ਦੀ ਸੰਭਾਵਨਾ ਵੀ ਬਹੁਤ ਘੱਟ ਜਾਂਦੀ ਹੈ. ਸੋ ਆਪਾਂ ਨੂੰ ਹੈਬਿਟ ਬਣਾਉਣੀ ਪੈਣੀ ਹੈ, ਅਸੀਂ ਮਾਸਕ ਦੇ ਨਾਲ ਰਹਿ ਸਕੀਏ. ਪ੍ਰੋਪਰ ਆਪਣੇ ਹੱਥ ਜਿਹੜੇ ਆ ਸਾਬਣ ਨਾਲ ਸਾਫ਼ ਕਰੀਏ, ਹਾਈਜੀਨਿਕ ਸੈਨੀਟੇਸ਼ਨ ਸਾਰੀ ਪ੍ਰੋਪਰ ਵਰਤੀਏ, ਸਫਾਈ ਰੱਖੀਏ, ਆਪਣੇ ਆਲੇ ਦੁਆਲੇ ਜਿੱਥੇ ਆਪਾਂ ਰਹਿੰਦੇ ਉੱਥੇ ਸਫਾਈ ਰੱਖੀਏ, ਅੱਛੀ ਡਾਈਟ ਲਈਏ. ਹਾਈਜੀਨਿਕ, ਗੁੱਡ ਸੈਨੀਟੇਸ਼ਨ, ਗੁੱਡ ਡਾਈਟ, ਐਕਸਰਸਾਈਜ਼, ਪ੍ਰੋਪਰਲੀ ਜਿਹੜੇ ਤੁਹਾਡੇ ਹੱਥ ਸਾਫ਼ ਹੋਣੇ ਚਾਹੀਦੇ ਆ, ਮਾਸਕ ਪਹਿਨਣਾ ਚਾਹੀਦਾ, ਸੋਸ਼ਲ ਡਿਸਟੈਂਸ ਰੱਖੇ. ਇੰਨੇ ਨਾਲ ਹੀ ਤੁਹਾਡਾ 90% ਕੰਟਰੋਲ ਹੋ ਜਾਂਦਾ ਡਿਜ਼ੀਜ਼ 'ਤੇ. ਹਾਂ, ਬਾਕੀ ਜਿਹੜੇ ਕੁਛ ਲੋਕ ਆ, ਛੋਟੇ ਬੱਚੇ ਆ, ਜਾਂ ਜਿਹੜੇ 60+ ਨੇ ਜਾਂ 70+ ਨੇ, ਜਿਨ੍ਹਾਂ ਦੇ ਵਿੱਚ ਇਮਿਊਨਿਟੀ ਆਲਰੇਡੀ ਕੰਪਰੋਮਾਈਜ਼ਡ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਕਿਸੇ ਨੂੰ ਹਾਈਪਰਟੈਂਸ਼ਨ, ਕਿਸੇ ਨੂੰ ਡਾਇਬਟੀਜ਼ ਮਲਾਈਟਸ, ਕਿਸੇ ਨੂੰ ਐਂਗਜ਼ਾਇਟੀ, ਕਿਸੇ ਨੂੰ ਹਾਰਟ
ਹਾਰਟ ਦੀ ਟਰਬਲ ਆ ਜਾਂ ਕਿਡਨੀਜ਼ ਦੀ ਟਰਬਲ ਆ, ਕੋਈ ਨਰਵਸ ਸਿਸਟਮ ਉਹਨਾਂ ਦਾ ਵੀਕ ਆ, ਉਹਨਾਂ ਦੇ ਵਿੱਚ ਇਹਨਾਂ ਦੀਆਂ ਕੰਪਲੀਕੇਸ਼ਨਸ ਆਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਰਹਿੰਦੀ ਹੈ। ਔਰ ਬਹੁਤ ਸਾਰਿਆਂ ਕੇਸਿਸ ਦੇ ਵਿੱਚ ਇਹ ਅਟੈਕ ਹੀ ਉਹਨਾਂ 'ਤੇ ਕਰਦਾ ਆ ਵਾਇਰਸ, ਜਿਨ੍ਹਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ, ਅਤੇ ਉਹਨਾਂ ਦੇ ਵਿੱਚ ਮੋਰਟੈਲਿਟੀ ਡੈਥ ਰੇਟ ਵੀ ਮੈਕਸੀਮਮ ਹੁੰਦਾ। ਮੈਂ ਜਿਹੜੀ ਮੇਨ ਚੀਜ਼ 'ਤੇ ਸਟ੍ਰੈਸ ਦੇਣੀ ਚਾਹਾਂਗਾ ਉਹ ਇਹ ਹੈ ਕਿ ਸਾਨੂੰ ਆਪਣਾ ਮੋਰੈਲ ਜਿਹੜਾ ਆ ਉਹ ਇਹਦੇ 'ਚ ਹਾਈ ਰੱਖਣ ਦੀ ਬਹੁਤ ਲੋੜ ਆ, ਕਿਉਂਕਿ ਤੁਸੀਂ ਪੰਜਾਬ 'ਚ ਨੋਟ ਕੀਤਾ ਹੋਏਗਾ ਕਿ ਸਭ ਤੋਂ ਪਹਿਲੇ ਕੇਸ ਸਾਡੇ ਨਵੇਂ ਸ਼ਹਿਰ 'ਚ ਆਏ ਸੀਗੇ, ਜਦੋਂ ਕਿ ਅਨੰਦਪੁਰ ਸਾਹਿਬ ਦਾ ਮੇਲਾ ਇੱਥੇ ਬੜਾ ਮਸ਼ਹੂਰ ਹੈ, ਜਿਹੜਾ ਕਿ ਮਾਰਚ ਦੇ ਵਿੱਚ ਹੁੰਦਾ। ਉੱਥੇ ਲੋਕ ਸਾਰੇ ਇਕੱਠੇ ਹੋਏ ਸੀ, ਅਤੇ ਉੱਥੇ ਇੱਕ ਨਵੇਂ ਸ਼ਹਿਰ ਦਾ ਬੰਦਾ ਜਿਹੜਾ ਉੱਥੇ ਅਨੰਦਪੁਰ ਸਾਹਿਬ ਤੋਂ ਵੀ ਹੋ ਕੇ ਆਇਆ ਸੀਗਾ, ਉਹ ਬਾਹਰੋਂ ਆਇਆ ਸੀ ਪਹਿਲੇ ਯੂਕੇ ਤੋਂ, ਤਾਂ ਉਸ ਨੂੰ ਸਭ ਤੋਂ ਪਹਿਲੇ ਸਿੰਪਟਮ ਹੋਏ ਸੀ ਅਤੇ ਅਲਟੀਮੇਟਲੀ ਉਹਦੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਸਾਡੇ ਇੱਕ ਅੰਮ੍ਰਿਤਸਰ ਦੇ ਸੀਗੇ ਕੀਰਤਨ, ਦਾ ਨਾਂ ਨਹੀਂ ਮੈਨੂੰ ਯਾਦ ਆ ਰਿਹਾ, ਉਹਨਾਂ ਦੀ ਡੈਥ ਹੋਈ ਸੀ ਗੁਰੂ ਨਾਨਕ ਦੇਵ ਹੌਸਪੀਟਲ 'ਚ। ਹਾਂਜੀ, ਹਾਂ, ਸਰਦਾਰ ਨਿਰਮਲ ਸਿੰਘ ਜੀ, ਹਾਂਜੀ। ਉਹ ਬਹੁਤ ਅੱਛੇ ਕੀਰਤਨੀਏ ਸੀਗੇ ਗੁਰੂ ਘਰ ਦੇ, ਪਰ ਉਹਨਾਂ ਦੀ ਡੈਥ ਦਾ ਜਿਹੜਾ ਮੇਨ ਵਜ੍ਹਾ ਸੀ, ਜਿਹੜੀ ਸਹਿਮ ਦੇ ਨਾਲ ਉਹਨਾਂ ਦੀ ਡੈਥ ਹੋਈ ਸੀ, ਕਿਉਂਕਿ ਉਹਨਾਂ ਨੂੰ ਆਪਾਂ ਸਰਕਾਰੀ ਹਸਪਤਾਲ 'ਚ ਪਾ ਦਿੱਤਾ। ਉਸ ਤੋਂ ਬਾਅਦ ਉਹਨਾਂ ਨੂੰ ਆਈਸੋਲੇਟ ਕਰ ਦਿੱਤਾ, ਜਿੱਥੇ ਉਹਨਾਂ ਨੂੰ ਕੋਈ ਮਿਲਣ ਜੁਲਣ ਨਹੀਂ ਗਿਆ। ਉਹ ਬੰਦਾ ਘਬਰਾਹਟ ਦੇ ਨਾਲ ਹੀ, ਮਤਲਬ ਆਲਮੋਸਟ ਜਦੋਂ ਆਈਸੋਲੇਟ ਹੁੰਦਾ, ਮੈਨੂੰ ਮਿਲਣ ਵਾਲਾ ਕੋਈ ਨਹੀਂ, ਮੇਰੇ ਘਰ ਦਾ ਕੋਲ ਕੋਈ ਨਹੀਂ, ਅਤੇ ਉਹ ਦਹਿਸ਼ਤ ਨਾਲ ਹੀ ਉਹਨਾਂ ਦੀ ਡੈਥ ਹੋਈ ਸੀ। ਦੂਸਰਾ, ਦਹਿਸ਼ਤ ਨਾਲ ਮਤਲਬ ਹੀ ਵਾਜ਼ ਏਜਡ, ਉਹਦੇ ਨਾਲ ਦਹਿਸ਼ਤ ਦੇ ਨਾਲ ਆਲਰੇਡੀ ਕੋਈ ਨਾ ਕੋਈ ਪ੍ਰੋਬਲਮ, ਤਾਂ ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਆ, ਕਿਸੇ ਨੂੰ ਸ਼ੂਗਰ ਆ, ਕਿਸੇ ਨੂੰ ਕੁਝ ਹੋਰ ਅਲਾਮਤਾਂ, ਮੋਟਾਪਾ ਸੀਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਸ ਬਿਮਾਰੀ ਨੂੰ ਹੋਰ ਕੰਸਨਟਰੇਟ ਕਰਦੀਆਂ, ਜਿਹੜਾ ਕਿ ਉਹਨਾਂ ਦੀ ਕਾਜ਼ ਆਫ ਡੈਥ ਬਣ ਜਾਂਦੀਆਂ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਆਪਾਂ ਨੂੰ ਆਪਣਾ ਮੋਰੈਲ ਹਾਈ ਰੱਖਣਾ ਚਾਹੀਦਾ, ਪੋਜ਼ੀਟਿਵ ਥਿੰਕਿੰਗ ਰੱਖਣੀ ਚਾਹੀਦੀ ਹੈ, ਅਤੇ ਚੜ੍ਹਦੀ ਕਲਾ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ, ਵੀ ਚੜ੍ਹਦੀ ਕਲਾ ਰੱਖਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਅੰਦਰੂਨੀ ਇੱਕ ਇਹੋ ਜਿਹੀ ਤਾਕਤ ਬੰਦੇ 'ਚ ਹੋਣੀ ਚਾਹੀਦੀ ਹੈ ਬਿਮਾਰੀ ਨਾਲ ਲੜਨ ਵਾਸਤੇ, ਕਿ ਮੈਂ ਇਹ ਤੋਂ ਡਰਦਾ ਹੀ ਨਹੀਂ, ਇਹਦੀ ਪਰਵਾਹ ਹੀ ਕੋਈ ਨਹੀਂ ਕਰਦਾ। ਰਾਤੀ ਮੈਨੂੰ ਸਾਡੇ ਵਾਈਸ ਡਿਸਟ੍ਰਿਕਟ ਗਵਰਨਰ 1 ਮਿਸਟਰ ਸੇਠੀ ਸਾਹਿਬ ਦਾ ਜਦੋਂ ਫੋਨ ਆਇਆ ਕੱਲ੍ਹ ਸ਼ਾਮ ਨੂੰ, ਹਾਲ ਚਾਲ ਪੁੱਛ ਕੇ, ਤੇ ਕਹਿੰਦੇ ਕੀ ਹਾਲ ਆ, ਹੁਣ ਤੇ ਕਰੋਨਾ ਨਿਕਲ ਗਿਆ। ਮੈਂ ਸੇਠੀ ਸਾਹਿਬ ਭੁਲੇਖੇ 'ਚ ਨਾ ਰਿਹੋ, ਕਰੋਨਾ ਤੇ ਅਜੇ ਸ਼ੁਰੂ ਹੋਣਾ ਆ, ਕਿਉਂਕਿ ਜਿਹੜੀ ਹੁਣ ਸਟ੍ਰੇਨ ਆ ਰਹੀ ਹੈ, ਮਿਊਟੇਟ ਕਰ ਗਿਆ ਆ, ਉਹ ਸਟ੍ਰੇਨ ਜਿਹੜੀ ਹੈ ਉਹਦੇ 'ਚ ਮੋਰਟੈਲਿਟੀ ਬਹੁਤ ਜ਼ਿਆਦਾ ਆ, ਉਹ ਬੜੀ ਜਲਦੀ ਫਾਸਟਲੀ ਸਪਰੈਡ ਕਰਦਾ। ਇਹ ਨਾ ਭੁੱਲਿਓ ਕਿ ਆਪਾਂ ਨਿਕਲ ਚੁੱਕੇ ਆ, ਅਜੇ ਇੱਥੇ ਲਾਸਟ ਈਅਰ ਵਾਂਗੂ ਲੋਕਡਾਊਨ ਵੀ ਹੋਏਗਾ, ਕਰਫਿਊ ਲੱਗੇਗਾ। ਇਹਨੂੰ ਹਮੇਸ਼ਾ ਵਾਸਤੇ ਜ਼ਿੰਦਗੀ ਦੇ ਨਾਲ ਸਾਨੂੰ ਇਹਨੂੰ ਲੈ ਕੇ ਚੱਲਣਾ ਹੀ ਪੈਣਾ, ਕਿਉਂਕਿ ਨਾ ਇਹਨੇ ਜਾਣਾ ਆ ਤਾਂ ਨਾ ਆਪਾਂ ਜੀਣੋਂ ਹਟਣਾ ਆ। ਇਸ ਕਰਕੇ ਆਪਣੇ ਆਪ ਨੂੰ ਥੋੜ੍ਹਾ ਕਾਇਮ ਰੱਖੋ, ਮੋਰਲੀ ਸਟਰੋਂਗ ਰੱਖੋ, ਚੜ੍ਹਦੀ ਕਲਾ 'ਚ ਰੱਖੋ। ਕੁਛ ਨਹੀਂ ਹੁੰਦਾ, ਕਹਿੰਦੇ ਮੈਂ ਤਾਂ ਜੀ 66 ਸਾਲ ਦਾ ਆ, ਅਤੇ ਮੈਂ ਤਾਂ ਆਪਣੇ ਆਪ ਨੂੰ ਅੱਜ ਵੀ ਯੰਗ ਸਮਝਦਾ। ਮੈਂ ਇਹੀ ਇਹਦਾ ਇਲਾਜ ਆ, ਸੱਚ ਸਹੀ ਮਾਇਨਿਆਂ 'ਚ। ਜਿਹੜਾ ਬੰਦਾ ਇਹ ਤੋਂ ਭੈ ਖਾ ਜਾਂਦਾ, ਖੌਫ ਖਾ ਜਾਂਦਾ, ਡਰ ਜਾਂਦਾ, ਘਬਰਾ ਜਾਂਦਾ, ਉਹ ਬੜੀ ਜਲਦੀ ਉਹਨੂੰ ਸਿੰਪਟਮਸ ਆਉਂਦੇ ਆ, ਅਤੇ ਉਹਦੇ ਵਿੱਚ ਜੇ ਉਹਨੂੰ ਕੋਈ ਹੌਸਲਾ ਦੇਣ ਵਾਲਾ ਨਹੀਂ ਹੈ ਤਾਂ ਦਵਾਈਆਂ ਤਾਂ, ਕਿਉਂਕਿ ਵਾਇਰਲ ਡਿਜ਼ੀਜ਼ ਆ, ਕੋਈ ਦਵਾਈਆਂ ਤਾਂ ਖਾਸ ਹੁੰਦੀਆਂ ਨਹੀਂ, ਦਵਾਈਆਂ ਤਾਂ ਮਾੜੀਆਂ ਮੋਟੀਆਂ ਸਿੰਪਟੋਮੈਟਿਕ ਹੀ ਹੁੰਦੀਆਂ। ਦੂਸਰਾ, ਜਿਹੜਾ ਪੋਜ਼ੀਟਿਵ ਐਟੀਟਿਊਡ ਰੱਖਣਾ ਆ, ਨੈਗੇਟਿਵ ਥਿੰਕਿੰਗ ਨੂੰ ਬਿਲਕੁਲ ਪਾਸੇ ਕਰ ਦੇਣਾ, ਉਹੀ ਇਹਦਾ ਅਸਲੀ ਹੱਲ ਹੈ। ਸੋ ਅੱਛੇ ਫਰੈਂਡਸ ਦੇ ਵਿੱਚ, ਅੱਛੇ ਸਰਕਲ ਦੇ ਵਿੱਚ ਜਿਉਣਾ ਸਿੱਖੋ, ਉਹਨਾਂ ਨਾਲ ਬਹਿਣਾ ਖਲੋਣਾ ਸਿੱਖੋ, ਪ੍ਰੋਪਰ ਸੋਸ਼ਲ ਡਿਸਟੈਂਸਿੰਗ ਰੱਖੋ, ਸਹੀ ਡਾਈਟ ਲਵੋ, ਸਹੀ ਐਕਸਰਸਾਈਜ਼ ਕਰੋ। ਕੋਈ ਐਡੀ ਵੱਡੀ ਗੱਲ ਨਹੀਂ ਇੱਥੇ ਕਾਬੂ ਪਾਉਣਾ। ਔਰ ਇਹ ਆਪਣੇ ਸਮਾਜ ਦੇ ਵਿੱਚ ਸਾਰਿਆਂ ਨੂੰ ਹੀ ਆਪਾਂ ਨੂੰ ਇੱਕ ਦੂਜੇ ਨੂੰ ਸਲਾਹ ਦੇਣੀ ਚਾਹੀਦੀ ਹੈ ਕਿ ਆਪਣੀ ਅੱਛੀ ਡਾਈਟ ਲਵੋ, ਅੱਛੀ ਹਾਈਜੀਨ ਰੱਖੋ, ਸੈਨੀਟੇਸ਼ਨ ਪ੍ਰੋਪਰ ਸਾਫ ਸੁਥਰਾ ਮਾਹੌਲ ਰੱਖੋ, ਮੱਛਰ ਮੱਖੀ ਤੋਂ ਆਪਾਂ ਆਪਣੇ ਆਪ ਨੂੰ ਬਚਾਈਏ, ਕਿਉਂਕਿ ਇਹ ਚੀਜ਼ਾਂ ਦੇ ਨਾਲ ਸਪਰੈਡ ਹੁੰਦੀ ਡਿਜ਼ੀਜ਼। ਜਿੰਨਾ ਆਪਾਂ ਸਾਫ ਸੁਥਰਾ ਮਾਹੌਲ ਰੱਖਾਂਗੇ, ਪ੍ਰੋਪਰ ਆਪਣੇ ਹੱਥ ਪੈਰ ਸਾਫ ਰੱਖਾਂਗੇ, ਮਾਸਕ ਮੂੰਹ ਨੂੰ ਢੱਕ ਕੇ ਰੱਖਾਂਗੇ ਮਾਸਕ ਨਾਲ, ਅਤੇ ਪ੍ਰੋਪਰ ਡਿਸਟੈਂਸਿੰਗ ਰੱਖੀਏ, ਅਤੇ ਕੋਈ ਐਡੀ ਵੱਡੀ ਗੱਲ ਨਹੀਂ ਇੱਥੇ ਕਾਬੂ ਪਾਉਣਾ। ਹਾਂ, ਦੂਸਰਾ, ਅੱਜ ਕੱਲ੍ਹ ਵੈਕਸੀਨ ਤਕਰੀਬਨ 1 ਮਹੀਨੇ ਤੋਂ ਵੈਕਸੀਨ ਸ਼ੁਰੂ ਹੋਈ ਹੈ, ਔਰ ਵੈਕਸੀਨ 'ਚ ਇੰਨੀ ਕੁ ਨੈਗੇਟਿਵਿਟੀ ਸਾਡੇ ਸੋਸ਼ਲ ਮੀਡੀਆ 'ਤੇ ਹੋਈ ਹੈ ਕਿ ਲੋਕ ਵਲੰਟੈਰਲੀ ਅੱਗੇ ਲਵਾਉਣ ਆਏ ਹੀ ਨਹੀਂ ਵੈਕਸੀਨ। ਮੈਂ ਦੂਰ ਕੀ ਜਾਣਾ, ਸਾਡੇ ਆਪਣੇ ਪ੍ਰੋਫੈਸ਼ਨ ਦੇ ਵਿੱਚ, ਮੈਡੀਕਲ ਪ੍ਰੋਫੈਸ਼ਨ 'ਚ ਵੀ ਸਾਡੇ ਜਿਹੜੇ ਕੋਲੀਗਸ ਨੇ ਜਾਂ ਜਿਹੜੇ ਸਾਡੇ ਬਾਕੀ ਹੈਲਥ ਵਰਕਰਸ ਨੇ, ਉਹਨਾਂ ਨੇ ਵੀ ਨੈਗੇਟਿਵ ਐਟੀਟਿਊਡ ਜ਼ਿਆਦਾ ਰੱਖਿਆ। ਬਹੁਤ ਜਿੱਥੋਂ ਮੈਂ ਵੈਕਸੀਨ ਸ਼ੁਰੂ ਕੀਤੀ ਸੀ ਗੌਰਮੈਂਟ ਸੈਂਟਰ 'ਚੋਂ,
ਉਹ ਬਾਰ-ਬਾਰ ਮੈਨੂੰ ਫੋਨ ਕਰਦੇ ਸੀ, ਡਾਕਟਰ ਸਾਹਿਬ ਭੇਜੋ ਭੇਜੋ ਭੇਜੋ। ਮੈਂ ਚੁੱਕ ਕੇ ਜ਼ਬਰਦਸਤੀ ਥੋੜ੍ਹਾ ਕਿਸੇ ਨੂੰ ਭੇਜ ਸਕਦਾ, ਮੈਂ ਤੇ ਕਨਵਿੰਸ ਕਰਕੇ ਜਿੰਨਿਆਂ ਨੂੰ ਭੇਜਿਆ ਤੁਹਾਡੇ ਕੋਲ ਮੈਕਸੀਮਮ ਉਹਨਾਂ ਦੀ ਵੈਕਸੀਨ ਹੋ ਗਈ ਹੈ। ਉਸ ਤੋਂ ਬਾਅਦ ਸੈਕੰਡ ਡੋਜ਼ ਵਾਲੇ ਵੇਲੇ ਵੀ ਬੜੀ ਮੁਸ਼ਕਿਲ ਉਹਨਾਂ ਨੂੰ ਮੋਟੀਵੇਟ ਕਰ ਕਰਕੇ ਭੇਜਿਆ ਵੀ ਇਹ ਬਹੁਤ ਜ਼ਰੂਰੀ ਲਵਾਓ, ਕੋਈ ਕੁਛ ਨਹੀਂ ਹੁੰਦਾ। ਦੇਖੋ ਮੈਂ ਵੀ ਲਵਾਈ ਹੈ, ਕੋਈ ਮਾੜਾ ਮੋਟਾ ਫੀਵਰ ਹੁੰਦਾ ਹਰ ਵੈਕਸੀਨ ਨਾਲ, ਕੋਈ ਵੀ ਲਵਾਵਾਂਗੇ ਉਹਦੇ ਨਾਲ ਹੋਣਾ ਹੀ ਆ। ਪਰ ਜਿੰਨੇ ਇਹਦੇ ਵਿੱਚ ਇਸ ਤਰ੍ਹਾਂ ਦੇ ਸਿੰਪਟਮ ਆਉਣਗੇ, ਕਿਸੇ ਨੂੰ ਬੁਖਾਰ ਹੋ ਗਿਆ ਜਾਂ ਥੋੜ੍ਹਾ ਬਹੁਤਾ ਟੁੱਟ ਭਾਈ ਸਰੀਰ 'ਚ ਹੋ ਗਈ, ਦੈਟ ਮੀਨਸ ਕਿ ਤੁਹਾਡੀ ਵੈਕਸੀਨ ਜਿਹੜੀ ਆ ਤੁਹਾਡੇ 'ਤੇ ਬਹੁਤ ਵਧੀਆ ਅਸਰ ਕਰ ਰਹੀ ਹੈ। ਸੋ ਇਸ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਜਿਹੜੀ ਰਿਸਰਚ ਸਾਇੰਟਿਸਟਾਂ ਨੇ ਕੀਤੀ ਆ, ਡਾਕਟਰਸ ਨੇ ਕੀਤੀ ਆ, ਉਹ ਸਾਰੇ ਫੇਜ਼ਸ ਦੇ ਵਿੱਚੋਂ ਵੈਕਸੀਨ ਲੰਘ ਕੇ ਫਿਰ ਹੀ ਅਪਰੂਵਲ ਮਿਲਦੀ ਹੈ ਇਹਨੂੰ। ਸੋ ਇਸ ਕਰਕੇ ਜਿਹੜਾ 100% ਤੇ ਕਵਰੇਜ ਨਹੀਂ ਦਿੰਦੀ ਕੋਈ ਵੀ ਵੈਕਸੀਨ, ਕਿਉਂਕਿ ਉਹਦੇ 'ਚ 2, 4, 5, 7% ਦੀ ਪਲੱਸ ਮਾਈਨਸ ਹੁੰਦਾ ਹੀ ਹੈ। ਔਰ ਇਹਦੇ 'ਚ ਵੀ ਇਸੇ ਤਰ੍ਹਾਂ ਹੀ ਹੈ। ਇਹਦੇ 'ਚ ਤਕਰੀਬਨ 86% ਤੋਂ ਲੈ ਕੇ 95-96% ਤੱਕ ਕਵਰੇਜ ਹੈਗੀ ਹੈ, ਡਿਪੈਂਡਿੰਗ ਅਪੋਨ ਦਾ ਇੰਡੀਵਿਜੂਅਲ ਦੀ ਇਮਿਊਨਿਟੀ। ਸਾਡੀ ਆਪਣੀ ਇਮਿਊਨਿਟੀ ਜੇ ਸਟਰੋਂਗ ਹੈ ਤਾਂ ਸਾਨੂੰ ਸਿੰਗਲ ਡੋਜ਼ ਦੇ ਨਾਲ ਵੀ ਬਹੁਤ ਜ਼ਿਆਦਾ ਕਵਰੇਜ ਮਿਲ ਜਾਂਦੀ ਆ। ਹਾਂ, ਪਰ ਚਲੋ 28 ਡੇਜ਼ ਬਾਅਦ ਸੈਕੰਡ ਡੋਜ਼ ਲੈਣੀ ਹੈ। ਅਜੇ ਗਾਂ ਬੂਸਟਰ ਡੋਜ਼ ਵੀ ਸਾਨੂੰ ਲਾਉਣੀ ਪੈਣੀ ਆ, ਉਹ ਅਜੇ ਗੌਰਮੈਂਟ ਨੇ ਕੋਈ ਉਹਦੇ ਬਾਰੇ ਇੰਸਟਰਕਸ਼ਨ ਦਿੱਤੀਆਂ ਨਹੀਂ। ਦੇਖੋ 6 ਮਹੀਨੇ ਬਾਅਦ ਲੱਗਦੀ ਆ, ਸਾਲ ਬਾਅਦ ਲੱਗਦੀ ਆ, ਕਿਉਂਕਿ ਜੇ ਅਸੀਂ ਹਰਡ ਇਮਿਊਨਿਟੀ ਚਾਹੁੰਦੇ ਹਾਂ, ਹਰਡ ਇਮਿਊਨਿਟੀ ਮੀਨਸ ਵੀ ਜਦੋਂ ਸੁਸਾਇਟੀ ਦੇ ਵਿੱਚ 80% ਤੋਂ ਉੱਪਰ ਲੋਕਾਂ 'ਚ ਐਂਟੀਬੋਡੀਜ਼ ਡਿਵੈਲਪ ਹੋ ਜਾਂਦੀ ਆ, ਅਤੇ ਅਸੀਂ ਉਸ ਸੁਸਾਇਟੀ ਦੇ ਵਿੱਚ ਸਮਝ ਜਾਂਦੇ ਹਾਂ ਕਿ ਇੱਕ ਬਹੁਤ ਵੱਡੇ ਗਰੁੱਪ ਦੇ ਵਿੱਚ ਇਮਿਊਨਿਟੀ ਆ ਗਈ ਹੈ, ਇਹ ਡਿਜ਼ੀਜ਼ ਗਾਂ ਸਪਰੈਡ ਹੋਣ ਦੇ ਚਾਂਸਿਸ ਬਹੁਤ ਘੱਟ ਜਾਂਦੇ ਆ। ਸੋ ਇਹ ਵੈਕਸੀਨ ਦੇ ਨਾਲ ਸਾਡੇ ਸਰੀਰ 'ਚ ਇੱਕ ਬਿਮਾਰੀ ਦੇ ਸੈੱਲ ਜਿਹੜੇ ਉਹਨੂੰ ਐਂਟੀਜਨ ਕਹਿੰਦੇ ਆ, ਉਹਦੇ ਨਾਲ ਬਿਮਾਰੀ ਨੂੰ ਲੜਨ ਵਾਲੇ ਜਿਹੜੇ ਸੈੱਲ ਨਵੇਂ ਬਣਦੇ ਉਹਨੂੰ ਐਂਟੀਬੋਡੀਜ਼ ਕਹਿੰਦੇ ਆ। ਉਹ ਵੈਕਸੀਨ ਦਾ ਮੇਨ ਮਕਸਦ ਇਹੀ ਹੈ ਕਿ ਉਸ ਬਿਮਾਰੀ ਦੇ ਅਗੇਂਸਟ ਸਾਡੇ ਵਿੱਚ ਐਂਟੀਬੋਡੀਜ਼ ਬਣ ਜਾਣ, ਤਾਂ ਕਿ ਜਦੋਂ ਵੀ ਸਾਡੇ 'ਤੇ ਵਾਇਰਸ ਅਟੈਕ ਕਰੇ ਉਹ ਐਂਟੀਬੋਡੀਜ਼ ਆਪਣੇ ਆਪ ਹੀ ਉਹਨੂੰ ਨਸ਼ਟ ਕਰ ਦਿੰਦੀਆਂ। ਸੋ ਘਬਰਾਉਣ ਵਾਲੀ, ਦਹਿਸ਼ਤ ਵਾਲੀ ਕੋਈ ਵੱਡੀ ਘਬਰਾਉਣ ਵਾਲੀ ਜਾਂ ਦਹਿਸ਼ਤ 'ਚ ਪੈਣ ਦੀ ਲੋੜ ਨਹੀਂ ਆ। ਇਹਨੂੰ ਮਤਲਬ ਲੜਨਾ ਇਹਦੇ ਨਾਲ ਮਾਨਸਿਕ ਤੌਰ 'ਤੇ ਕਮਜ਼ੋਰ ਹੋ ਕੇ ਨਹੀਂ ਲੜਨਾ, ਸਟਰੋਂਗ ਹੋ ਕੇ ਲੜਨਾ, ਤਾਂ ਕੋਈ ਐਡੀ ਵੱਡੀ ਗੱਲ ਨਹੀਂ ਹੈ। ਸਿਰਫ ਇਹਦੇ 'ਚੋਂ ਜਿਹੜੇ ਨਿੱਕੇ ਨਿੱਕੇ ਆਪਾਂ ਭਰਮ ਪਾਲ ਲਏ ਆ ਵੀ ਵੈਕਸੀਨ ਨਾਲ ਪਤਾ ਨਹੀਂ ਕੀ ਹੋ ਜਾਣਾ। ਜੇ 140 ਕਰੋੜ ਦੀ ਸਾਡੀ ਪਾਪੂਲੇਸ਼ਨ ਹੈ, ਅਤੇ ਜੇ ਵਿੱਚੋਂ 10, 15, 20 ਹਜ਼ਾਰ ਨੂੰ ਕੋਈ ਮਾੜੀ ਮੋਟੀ ਕੰਪਲੀਕੇਸ਼ਨ ਆ ਜਾਂਦੀ ਤਾਂ ਟਰੀਟੇਬਲ ਆ, ਕੋਈ ਐਡੀ ਵੱਡੀ ਸਮੱਸਿਆ ਨਹੀਂ ਹੈਗੀ ਕਿ ਉਹਦੇ ਨਾਲ ਕੋਈ ਡੈਥ ਹੋ ਜਾਂਦੀ ਜਾਂ ਕੀ ਆ। ਡੈਥ ਦੀ ਵਜ੍ਹਾ ਅੰਡਰਲਾਈਨ ਕੌਜ਼ ਕੋਈ ਹੋਰ ਹੁੰਦਾ, ਅਸੀਂ ਉਹਨੂੰ ਜੋੜ ਲੈਂਦੇ ਹਾਂ ਕਿ ਵੈਕਸੀਨੇਸ਼ਨ ਅਸੀਂ ਲਈ ਆ, ਸ਼ਾਇਦ ਉਹਦੇ ਨਾਲ ਡੈਥ ਹੋ ਗਈ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਸੋ ਸਾਡੀ ਜਿਹੜੀ ਇੰਡੀਅਨ ਆਪਣੀ ਵੈਕਸੀਨ ਆ, ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਵੀ ਪਰਸੋਂ ਲਵਾਈ ਆ, ਉਹ ਵੀ ਵੈਕਸੀਨ ਸਾਡੀ ਆਪਣੇ ਭਾਰਤ 'ਚ ਤਿਆਰ ਕੀਤੀ ਗਈ ਆ, ਆਪਣੇ ਇੰਡੀਅਨ ਡਾਕਟਰਸ ਨੇ, ਇੰਡੀਅਨ ਸਾਇੰਟਿਸਟ ਨੇ ਤਿਆਰ ਕੀਤੀ, ਉਹ ਵੀ ਬਹੁਤ ਸੇਫ ਆ। ਅੱਜ ਉਹਦੇ 'ਤੇ ਸਵੇਰੇ ਮੈਂ TV 'ਤੇ ਇੰਟਰਵਿਊ ਸੁਣ ਰਿਹਾ ਸੀ, ਉਹ 93-94% ਐਫੀਕੇਸੀ ਉਹਦੇ 'ਚ ਹੈਗੀ ਹੈ। ਸੋ 93-94% ਐਫੀਕੇਸੀ ਜਦੋਂ ਸਾਡੇ 'ਚ ਬਿਮਾਰੀ ਲੜਨ ਦੀ ਸਮਰੱਥਾ ਪਹਿਲੇ ਆ ਗਈ ਤਾਂ ਆਪਾਂ 5-7-10% ਤੇ ਵੈਸੇ ਹੀ ਬਿਮਾਰੀ ਨੂੰ ਭਜਾ ਦਿੰਦੇ ਹਾਂ। ਸਾਡੇ ਪੰਜਾਬੀਆਂ 'ਚ ਇਮਿਊਨਿਟੀ ਤਾਂ ਕੁਦਰਤ ਨੇ ਵੈਸੇ ਬੜੀ ਭਰੀ ਹੈ, ਖਾਸ ਕਰਕੇ ਜਿਹੜੇ ਫਾਰਮਿੰਗ ਲਾਈਨ 'ਚ ਆ ਜਾਂ ਰੂਰਲ ਏਰੀਆ ਦੇ ਲੋਕ ਆ, ਉਹਨਾਂ 'ਚ ਬਹੁਤ ਅੱਛੀ ਇਮਿਊਨਿਟੀ ਆਲਰੇਡੀ ਹੈਗੀ। ਸੋ ਇਸ ਕਰਕੇ ਨਟਸ਼ੈਲ 'ਚ ਮੈਂ ਕਹਿਣਾ ਚਾਹਾਂਗਾ ਕਿ ਇਹਨੂੰ ਹਵਾ ਆਪਾਂ ਜ਼ਿਆਦਾ ਕ੍ਰੀਏਟ ਕੀਤਾ, ਇਹਦੇ ਬਾਰੇ ਕੋਈ ਐਡੀ ਵੱਡੀ ਸਮੱਸਿਆ ਨਹੀਂ ਹੈ। ਸਾਰੇ ਤਗੜੇ ਹੋ ਕੇ ਆਪਾਂ ਇਹਨੂੰ ਸਮਝ ਦੇ ਨਾਲ ਥੋੜ੍ਹਾ ਜਿਹਾ ਤਰੀਕੇ ਨਾਲ ਚੱਲੀਏ, ਅਤੇ ਕੋਈ ਸਾਡੀ ਦੁਸ਼ਮਣ ਨਹੀਂ ਹੈਗੀ। ਹੌਲੀ ਹੌਲੀ ਅਸੀਂ ਇਹਦੇ ਦੁਸ਼ਮਣ ਬਣ ਜਾਣਾ, ਇਹਦੇ ਦੁਸ਼ਮਣ ਅਸੀਂ ਬਣਾਂਗੇ ਅਤੇ ਬਿਮਾਰੀ ਜਿਹੜੀ ਆ ਸਾਡੇ 'ਚ ਦੁਬਾਰਾ ਕਦੀ ਨਹੀਂ ਆਏਗੀ। ਥੈਂਕ ਯੂ।